ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੋ ਅਸੀਂ ਨੈਕਸਟ ਚੈਪਟਰ ਜਿਹੜਾ ਸ਼ੁਰੂ ਕਰਨ ਲੱਗੇ ਹਾਂ। ਇਹ ਚੈਪਟਰ ਤੁਹਾਡੀ +2 ਦੇ ਵਾਸਤੇ ਵੀ ਬੜਾ ਇੰਪੋਰਟੈਂਟ ਆ ਥਿਊਰੀ ਪੁਆਇੰਟ ਆਫ ਵਿਊ ਦੇ ਨਾਲ, ਅਤੇ +1 ਦੇ ਵਿੱਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ ਚੈਪਟਰ। ਇਸ ਕਰਕੇ ਬੜੇ ਧਿਆਨ ਦੇ ਨਾਲ ਤੁਸੀਂ ਇਹਨੂੰ ਦੇਖਣਾ ਹੈ। ਚੈਪਟਰ ਦਾ ਨਾਮ ਹੈਗਾ ਹੈ ਪਾਰਟਨਰਸ਼ਿਪ। ਅਸੀਂ ਜਦੋਂ ਬਿਜ਼ਨਸ ਸਟੱਡੀ ਨੂੰ ਸ਼ੁਰੂ ਕੀਤਾ ਸੀ ਅਤੇ ਆਪਾਂ ਚੈਪਟਰ ਪੜ੍ਹਿਆ ਸੀ ਕੰਸੈਪਟ ਆਫ ਬਿਜ਼ਨਸ, ਜਿਹੜਾ ਕਿ ਬਿਜ਼ਨਸ ਜਿਹੜਾ ਵਾ ਉਹਦਾ ਮਤਲਬ ਕੀ ਆ। ਅਤੇ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਬਿਜ਼ਨਸ ਜਿਹੜੇ ਆਪਾਂ ਉਹ ਬੇਸਿਕਲੀ 3 ਤਰ੍ਹਾਂ ਦੇ ਬਿਜ਼ਨਸਿਸ ਆਪਾਂ ਜਿਹੜੇ ਆ 3 ਪ੍ਰਕਾਰ ਨਾਲ ਕਰਦੇ ਹਾਂ। ਇੱਕ ਪੜ੍ਹਿਆ ਸੀ ਸੋਲ ਪ੍ਰੋਪਰਾਈਟਰ, ਇੱਕ ਪੜ੍ਹਿਆ ਸੀ ਪਾਰਟਨਰਸ਼ਿਪ, ਅਤੇ ਇੱਕ ਪੜ੍ਹਿਆ ਸੀ ਆਪਾਂ ਕੰਪਨੀ। ਹੁਣ ਬਹੁਤ ਆਪਾਂ ਇਹਦੇ ਵਿੱਚ ਜਿਹੜਾ ਬਿਜ਼ਨਸ ਦੇ ਇਸ ਬਿਜ਼ਨਸ ਸਟੱਡੀ ਦੇ ਵਿੱਚ ਜਿਹੜਾ ਇੱਕ ਚੈਪਟਰ ਸੋਲ ਪ੍ਰੋਪਰਾਈਟਰ ਆਪਾਂ ਉਹ ਕਰ ਚੁੱਕੇ ਹਾਂ, ਜਿਹਦੇ ਵਿੱਚ ਇੱਕ ਸਿੰਗਲ ਪਰਸਨ ਬਿਜ਼ਨਸ ਦੀ ਸਟਾਰਟਿੰਗ ਕਰਦਾ ਵਾ ਰਿਸਕ ਲੈ ਕੇ ਪ੍ਰੋਫਿਟ ਕਮਾਉਣ ਵਾਸਤੇ, ਲੋਕਾਂ ਦੀ ਸੈਟਿਸਫੈਕਸ਼ਨ ਵਾਸਤੇ, ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਨ ਵਾਸਤੇ। ਮਗਰ ਉਹ ਸਾਰਾ ਕੁਝ ਇੱਕ ਲਿਮਿਟ ਦੇ ਵਿੱਚ ਰਹਿ ਕੇ ਜਿਹੜਾ ਉਹ ਕਰਦਾ ਵਾ, ਲਿਮਿਟਿਡ ਤਰੀਕੇ ਨਾਲ ਉਹ ਬਿਜ਼ਨਸ ਜਿਹੜਾ ਉਹ ਕਰਦਾ ਵਾ। ਮਗਰ ਜਦੋਂ ਬਿਜ਼ਨਸ ਜਿਹੜਾ ਵਾ ਅਸੀਂ ਲਿਮਿਟ ਤੋਂ ਉੱਪਰ ਜਾ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕਵਰ ਕਰਕੇ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਡਿਮਾਂਡ ਨੂੰ ਪੂਰਾ ਕਰਕੇ ਆਪਾਂ ਵਧਾਉਣਾ ਚਾਹੁੰਦੇ ਹਾਂ ਬਿਜ਼ਨਸ ਨੂੰ, ਤਾਂ ਫਿਰ ਆਪਾਂ ਪਾਰਟਨਰਸ਼ਿਪ ਬਿਜ਼ਨਸ ਜਿਹੜਾ ਉਹਨੂੰ ਸ਼ੁਰੂ ਕਰਦੇ ਹਾਂ। ਕਿਉਂਕਿ ਸੋਲ ਪ੍ਰੋਪਰਾਈਟਰ ਦੇ ਵਿੱਚ ਆਪਾਂ ਲਿਮਿਟ ਦੇ ਵਿੱਚ ਰਹਿ ਕੇ ਲਿਮਿਟਿਡ ਕੈਪੀਟਲ ਲਾਉਂਦੇ ਹਾਂ, ਸਾਡੀ ਮੈਨੇਜੀਰੀਅਲ ਸਕਿੱਲ ਵੀ ਲਿਮਿਟਿਡ ਹੁੰਦੀ ਆ, ਫਾਈਨੈਂਸ਼ੀਅਲ ਸੋਰਸਿਸ ਵੀ ਲਿਮਿਟਿਡ ਹੁੰਦੇ ਆ, ਪ੍ਰੋਪਰ ਤਰੀਕੇ ਨਾਲ ਉਹਨੂੰ ਸੁਪਰਵਾਈਜ਼ਰ ਵੀ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਫਿਰ ਆਪਾਂ ਜਦੋਂ ਲਾਰਜ ਲੈਵਲ 'ਤੇ ਜਾਣਾ ਵਾ, ਅਤੇ ਉਹਦੇ ਵਾਸਤੇ ਫਿਰ ਪਾਰਟਨਰਸ਼ਿਪ ਬਿਜ਼ਨਸ ਜਿਹੜਾ ਵਾ ਉਹ ਸੂਟੇਬਲ ਹੁੰਦਾ ਵਾ। ਅਤੇ ਉਹਦੇ ਵਾਸਤੇ ਫਿਰ ਸਾਨੂੰ ਜਿਹੜਾ ਵਾ ਜ਼ਿਆਦਾ ਕੈਪੀਟਲ, ਜ਼ਿਆਦਾ ਲੋਕਾਂ ਦੀ, ਜ਼ਿਆਦਾ ਸੁਪਰਵਿਜ਼ਨ ਦੀ ਜ਼ਰੂਰਤ, ਜ਼ਿਆਦਾ ਫਾਈਨੈਂਸ਼ੀਅਲ ਸੋਰਸ ਦੀ ਜ਼ਰੂਰਤ ਪੈਂਦੀ ਆ। ਅਤੇ ਫਿਰ ਆਪਾਂ ਉਹ ਬਿਜ਼ਨਸ ਨੂੰ ਜਿਹੜਾ ਪਾਰਟਨਰਸ਼ਿਪ ਫਾਰਮ ਦੇ ਵਿੱਚ ਲੈ ਕੇ ਚੱਲਦੇ ਹਾਂ। ਜੇ ਆਪਾਂ ਗੱਲ ਕਰਦੇ ਹਾਂ ਪਾਰਟਨਰਸ਼ਿਪ ਦੀ, ਅਤੇ ਪਾਰਟਨਰਸ਼ਿਪ ਦਾ ਮੀਨਿੰਗ ਜਿਹੜਾ ਉਹ ਕਹਿੰਦਾ ਵਾ ਕਿ ਪਾਰਟਨਰਸ਼ਿਪ ਇਜ਼ ਐਨ ਐਸੋਸੀਏਸ਼ਨ। ਐਸੋਸੀਏਸ਼ਨ ਦਾ ਮਤਲਬ ਹੁੰਦਾ ਇਕੱਠਾ। ਐਸੋਸੀਏਸ਼ਨ ਆਫ 2 or more persons ਟੂ ਕੈਰੀ ਔਨ। ਕਿ ਪਾਰਟਨਰਸ਼ਿਪ ਦਾ ਮਤਲਬ ਹੈਗਾ ਵਾ ਕਿ 2 ਜਾਂ 2 ਤੋਂ ਜ਼ਿਆਦਾ ਬੰਦਿਆਂ ਦੀ ਐਸੋਸੀਏਸ਼ਨ ਜੋ ਕੈਰੀ ਔਨ ਕਰਦੇ ਨੇ ਕਿ ਐਜ਼ ਏ ਕੋ ਓਨਰ ਬਿਜ਼ਨਸ ਔਰ ਟੂ ਸ਼ੇਅਰ ਇਟਸ ਪ੍ਰੋਫਿਟ ਐਂਡ ਲੋਸ। ਜੋ ਕਿ ਕੈਰੀ ਔਨ ਕਰਦੇ ਨੇ, ਮਾਲਕ ਹੁੰਦੇ ਨੇ, ਵੰਡ ਕੇ ਆਪਣੇ ਬਿਜ਼ਨਸ ਦੇ ਵਿੱਚ ਬਿਜ਼ਨਸ ਨੂੰ ਚਲਾਉਂਦੇ ਨੇ, ਕੈਰੀ ਔਨ ਕਰਦੇ ਨੇ, ਅਤੇ ਆਪਣੇ ਪ੍ਰੋਫਿਟ ਜਿਹੜੇ ਉਹਨਾਂ ਨੂੰ ਸ਼ੇਅਰ ਕਰਦੇ ਨੇ, ਪ੍ਰੋਫਿਟ ਜਾਂ ਲੋਸ ਨੂੰ ਆਪਸ ਦੇ ਵਿੱਚ। ਉਹਨੂੰ ਆਪਾਂ ਕਹਿੰਦੇ ਹਾਂ ਪਾਰਟਨਰਸ਼ਿਪ। ਜੇ ਆਪਾਂ ਗੱਲ ਕਰਦੇ ਹਾਂ ਪਾਰਟਨਰਸ਼ਿਪ ਦੇ ਵਿੱਚ ਕਿ ਆਪਾਂ ਜੇ 2 ਜਾਂ 2 ਤੋਂ ਜ਼ਿਆਦਾ ਬੰਦੇ ਮਿਲ ਕੇ ਇੱਕ ਬਿਜ਼ਨਸ ਜਿਹੜਾ ਸ਼ੁਰੂ ਕਰ ਲੈਂਦੇ ਨੇ, ਕਾਮਨ ਬਿਜ਼ਨਸ ਸ਼ੁਰੂ ਕਰਦੇ ਨੇ ਕਿ 2 ਬੰਦੇ ਉਹੀ ਆਪਸ 'ਚ ਮਿਲਦੇ ਨੇ ਜਿਨ੍ਹਾਂ ਦੀ ਸੇਮ ਨੇਚਰ ਦਾ ਬਿਜ਼ਨਸ ਕਰਕੇ ਖੁਸ਼ ਨੇ, ਉਹ ਸੇਮ ਨੇਚਰ ਦੇ ਬਿਜ਼ਨਸ ਵਾਸਤੇ ਇਕੱਠੇ ਹੋ ਕੇ ਆਪਣਾ ਕੰਮ ਜਿਹੜਾ ਉਹ ਕਰਦੇ ਨੇ, ਆਪਣੀ ਕੈਪੀਟਲ ਇਕੱਠੀ ਲਾਉਂਦੇ ਨੇ, ਇਕੱਠੇ ਬਿਜ਼ਨਸ ਨੂੰ ਚਲਾਉਂਦੇ ਨੇ, ਫਿਰ ਜੋ ਵੀ ਪ੍ਰੋਫਿਟ ਆਉਂਦਾ ਉਹਨੂੰ ਆਪਸ ਦੇ ਵਿੱਚ ਜਿਹੜਾ ਉਹ ਵੰਡਦੇ ਨੇ। ਅਤੇ ਇਹਨਾਂ ਦੋਵਾਂ ਦੇ ਵਿੱਚ ਫਿਰ ਜਿਹੜੇ 2 ਜਾਂ 2 ਤੋਂ ਜ਼ਿਆਦਾ ਬੰਦੇ ਉਹਨਾਂ ਵਿੱਚ ਇੱਕ ਐਗਰੀਮੈਂਟ ਜਿਹੜਾ ਉਹਦੀ ਸੈਟਲਮੈਂਟ ਜਿਹੜੀ ਆ ਉਹ ਕੀਤੀ ਜਾਂਦੀ ਹੈ। ਸੋਲ ਟਰੇਡਰ 'ਚ ਐਗਰੀਮੈਂਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸਿੰਗਲ ਬੰਦੇ ਨੇ ਚਲਾਉਣਾ। ਮਗਰ ਪਾਰਟਨਰਸ਼ਿਪ ਦੇ ਵਿੱਚ 2 ਜਾਂ 2 ਜੋ ਜ਼ਿਆਦਾ ਬੰਦੇ ਜਦੋਂ ਵੀ ਬਿਜ਼ਨਸ ਕਰਦੇ ਆ ਉਹਨਾਂ ਵਿੱਚ ਫਿਰ ਐਗਰੀਮੈਂਟ ਜਿਹੜਾ ਉਹ ਇੱਕ ਸਾਈਨ ਕੀਤਾ ਜਾਂਦਾ ਜਾਂ ਔਰਲੀ ਕੀਤਾ ਜਾਂਦਾ ਵਾ, ਜਿਹਨੂੰ ਆਪਾਂ ਪਾਰਟਨਰਸ਼ਿਪ ਡੀਡ ਕਹਿੰਦੇ ਹਾਂ। ਅੱਗੇ ਜਾ ਕੇ ਪੜ੍ਹਾਂਗੇ ਆਪਾਂ, ਉਹਦੇ ਮੁਤਾਬਿਕ ਫਿਰ ਉਹ ਆਪਣਾ ਬਿਜ਼ਨਸ ਜਿਹੜਾ ਉਹ ਸਾਰਾ ਕਰਦੇ ਨੇ। ਇਹ ਮਤਲਬ ਆਪਾਂ ਕਹਿ ਸਕਦੇ ਕਿ ਪਾਰਟਨਰਸ਼ਿਪ ਦਾ ਮਤਲਬ ਹੈਗਾ ਪਾਰਟਨਰਸ਼ਿਪ ਇਜ਼ ਐਨ ਐਸੋਸੀਏਸ਼ਨ ਆਫ 2 or more persons ਟੂ ਕੈਰੀ ਔਨ ਐਜ਼ ਏ ਕੋ ਓਨਰ ਅ ਬਿਜ਼ਨਸ ਔਰ ਟੂ ਸ਼ੇਅਰ ਇਟਸ ਪ੍ਰੋਫਿਟ ਐਂਡ ਲੋਸ ਅਕੋਰਡਿੰਗ ਟੂ ਦਾ ਪਾਰਟਨਰਸ਼ਿਪ ਡੀਡ ਵਿਚ ਇਜ਼ ਡਿਸਾਈਡਡ ਬਿਟਵੀਨ 2 or more ਪਾਰਟਨਰਸ। ਜਾਂ ਆਪਾਂ ਨੂੰ ਕਹਿੰਦੇ ਕਿ ਰਿਟਨ ਔਰ ਐਗਰੀਮੈਂਟ ਜੋ ਵੀ ਉਹ ਡਿਸਾਈਡ ਕਰਦੇ ਨੇ ਕਿ ਕਿਸ ਤਰ੍ਹਾਂ ਦਾ ਬਿਜ਼ਨਸ ਕਰਨਾ, ਆਪਾਂ ਉਹਨੂੰ ਪਾਰਟਨਰਸ਼ਿਪ ਡੀਡ ਦੇ ਮੁਤਾਬਿਕ ਚਲਾਉਂਦੇ ਨੇ। ਉਸ ਤੋਂ ਬਾਅਦ ਜੇਕਰ ਆਪਾਂ ਬਹੁਤ ਗੱਲ ਕਰੀਏ ਡੈਫੀਨੇਸ਼ਨ ਦੀ, ਅਕੋਰਡਿੰਗ ਟੂ LH ਹੈਨੀ, ਉਹਦੇ ਮੁਤਾਬਿਕ ਡੈਫੀਨੇਸ਼ਨ ਇੱਕ ਸਿੰਪਲ ਜੀ, ਤੁਸੀਂ ਹੋਰ ਵੀ ਜੇਕਰ ਤੁਹਾਨੂੰ ਕੋਈ ਸਿੰਪਲ ਲੱਭਦੀ ਆ ਤੁਸੀਂ ਉਹ ਵੀ ਲੈ ਸਕਦੇ ਹੋ। ਮੈਨੂੰ ਇਹ ਸਿੰਪਲ ਲੱਗੀ ਤੁਹਾਨੂੰ ਸਮਝਣ ਵਾਸਤੇ। ਕਹਿੰਦਾ ਪਿਆ ਵੀ ਕਿ ਦਾ ਰਿਲੇਸ਼ਨਸ਼ਿਪ ਬਿਟਵੀਨ ਪਰਸਨਸ, ਕਿ ਪਰਸਨਸ ਦੇ ਵਿੱਚ ਜੋ ਵੀ ਰਿਲੇਸ਼ਨਸ਼ਿਪ ਹੈਗਾ ਵਾ, ਕਿਹੜੇ ਪਰਸਨਸ ਦੇ ਵਿੱਚ ਰਿਲੇਸ਼ਨਸ਼ਿਪ ਹੂ ਐਗਰੀ ਟੂ ਕੈਰੀ ਔਨ ਬਿਜ਼ਨਸ, ਜੋ ਕਿ ਐਗਰੀ ਕਰਦੇ ਪਏ ਨੇ ਕਿ ਆਪਾਂ ਬਿਜ਼ਨਸ ਨੂੰ ਕੈਰੀ ਔਨ ਰੱਖਣਾ ਵਾ ਇਨ ਕਾਮਨ। ਕਾਮਨ ਦਾ ਮਤਲਬ ਜੇਕਰ A ਕਹਿੰਦਾ ਪਿਆ ਵਾ ਕਿ ਆਪਾਂ ਖੇਤੀਬਾੜੀ ਦਾ ਬਿਜ਼ਨਸ ਕਰਨਾ, ਤਾਂ B ਵੀ ਕਹਿੰਦਾ ਪਿਆ ਖੇਤੀਬਾੜੀ ਦਾ ਬਿਜ਼ਨਸ ਕਰਨਾ। ਜੇ A ਕਹਿੰਦਾ ਪਿਆ ਆਪਾਂ ਕੱਪੜੇ ਦਾ ਬਿਜ਼ਨਸ ਕਰਨਾ, ਤਾਂ B ਵੀ ਕਹਿੰਦਾ ਪਿਆ ਕੱਪੜੇ ਦਾ ਬਿਜ਼ਨਸ ਕਰਨਾ। ਉਹ ਕੈਰੀ ਔਨ ਬਿਜ਼ਨਸ ਕਰਦੇ ਪਏ ਕਾਮਨ, ਦੋਵਾਂ ਦੀ ਨੇਚਰ ਬਿਜ਼ਨਸ ਦੀ ਜਿਹੜੀ ਹੈ ਕਾਮਨ, ਵਿਦ ਵਿਊ ਟੂ ਪ੍ਰਾਈਵੇਟ ਗੇਨ। ਕਾਹਦੇ ਵਾਸਤੇ ਕਰਦੇ ਪਏ? ਤਾਂ ਕਿ ਆਪਾਂ ਪ੍ਰਾਈਵੇਟਲੀ ਗੇਨ ਜਿਹੜਾ ਉਹ ਕਰ ਸਕੀਏ। ਉਹਦੇ ਵਾਸਤੇ ਆਪਾਂ ਪਾਰਟਨਰਸ਼ਿਪ ਜਿਹੜੀ ਆ ਉਹ ਕਰਨੀ ਆ। ਸੌਖੀ ਜੀ ਡੈਫੀਨੇਸ਼ਨ ਆ, ਰਿਲੇਸ਼ਨਸ਼ਿਪ ਬਿਟਵੀਨ ਪਰਸਨਸ ਹੂ ਐਗਰੀ ਟੂ ਕੈਰੀ ਔਨ ਅ ਬਿਜ਼ਨਸ ਇਨ ਕਾਮਨ ਵਿਦ
ਵਿਊ ਕੀ ਧਿਆਨ 'ਚ ਰੱਖਦੇ ਹੋਏ ਆਪਾਂ ਕੀ ਕਰਨਾ ਵਾ, ਪ੍ਰਾਈਵੇਟ ਗੇਨ ਜਿਹੜਾ ਉਹਨੂੰ ਲੈ ਕੇ ਚੱਲਣਾ ਵਾ। ਉਸ ਤੋਂ ਬਾਅਦ ਬਹੁਤ ਜੇ ਪਾਰਟਨਰਸ਼ਿਪ ਦੀ ਗੱਲ ਕਰਦੇ ਹਾਂ ਆਪਾਂ, ਅਤੇ ਪਾਰਟਨਰਸ਼ਿਪ ਦੇ ਕੁਝ ਫੀਚਰਸ ਨੇ, ਕੁਝ ਕਰੈਕਟਰਿਸਟਿਕਸ ਨੇ, ਬੜੇ ਈਜ਼ੀ ਨੇ। ਸਭ ਤੋਂ ਪਹਿਲਾਂ ਹੈਗਾ ਵਾ ਐਸੋਸੀਏਸ਼ਨ ਆਫ 2 ਔਰ ਮੋਰ ਪਰਸਨ। ਆਪਾਂ ਸਭ ਤੋਂ ਪਹਿਲੀ ਲਾਈਨ ਹੀ ਪਾਰਟਨਰਸ਼ਿਪ ਦੀ ਉਹ ਪੜ੍ਹੀ ਸੀ ਕਿ ਜਿਹੜੀ ਪਾਰਟਨਰਸ਼ਿਪ ਹੈਗੀ ਆ ਉਹ ਇੱਕ ਐਸੋਸੀਏਸ਼ਨ ਆਫ 2 ਔਰ ਮੋਰ ਪਰਸਨਸ ਹੈਗੀ ਆ, ਜੋ ਕਿ ਬਿਜ਼ਨਸ ਨੂੰ ਕੈਰੀ ਔਨ ਕਰਕੇ ਚੱਲਦੇ ਆ ਇੱਕ ਕਾਮਨ ਪਰਪਸ ਵਾਸਤੇ। ਉਹਨੂੰ ਆਪਾਂ ਕਹਿੰਦੇ ਹਾਂ ਪਾਰਟਨਰਸ਼ਿਪ। ਪਾਰਟਨਰਸ਼ਿਪ ਕਹਿੰਦਾ ਪਿਆ ਵਾ ਕਿ ਪਹਿਲਾ ਤਾਂ ਹੈਗਾ ਐਸੋਸੀਏਸ਼ਨ ਆਫ 2 ਔਰ ਮੋਰ ਪਰਸਨ, ਕਿ ਇਹ ਪਹਿਲਾ ਫੀਚਰ ਦਾ ਹੈ ਕਿ ਇਹ 2 ਜਾਂ 2 ਤੋਂ ਜ਼ਿਆਦਾ ਬੰਦਿਆਂ ਨੂੰ ਮਿਲ ਕੇ ਹੀ ਪਾਰਟਨਰਸ਼ਿਪ ਜਿਹੜੀ ਬਣ ਸਕਦੀ ਹੈ। ਐਟਲੀਸਟ 2 ਬੰਦਿਆਂ ਦਾ ਹੋਣਾ ਜਿਹੜਾ ਉਹ ਜ਼ਰੂਰੀ ਆ। ਸੋਲ ਪ੍ਰੋਪਰਾਈਟਰ 'ਚ ਇੱਕ ਬੰਦਾ ਚੱਲ ਜਾਂਦਾ, ਮਗਰ ਪਾਰਟਨਰਸ਼ਿਪ ਘੱਟ ਤੋਂ ਘੱਟ 2 ਬੰਦੇ ਜਿਹੜੇ ਆ ਹੋਣੇ ਜ਼ਰੂਰੀ ਆ, ਫੇਰ ਹੀ ਆਪਾਂ ਪਾਰਟਨਰਸ਼ਿਪ ਨੂੰ ਕਹਿ ਸਕਦੇ ਹਾਂ। ਦੂਸਰਾ ਇਹਦਾ ਕੰਟਰੈਕਚੁਅਲ ਰਿਲੇਸ਼ਨ, ਕਿ ਜਿਹੜੇ ਪਾਰਟਨਰਸ ਹੁੰਦੇ ਨੇ ਉਹ ਇੱਕ ਦੂਜੇ ਦੇ ਨਾਲ ਇੱਕ ਐਗਰੀਮੈਂਟ ਜਾਂ ਇੱਕ ਕੰਟਰੈਕਟ ਜਿਹੜਾ ਉਹਨਾਂ ਨੇ ਸਾਈਨ ਕੀਤਾ ਹੁੰਦਾ ਵਾ, ਜਿਹਨੂੰ ਪਾਰਟਨਰਸ਼ਿਪ ਡੀਡ ਕਰਦੇ ਆ, ਤਾਂ ਹੀ ਪਾਰਟਨਰਸ਼ਿਪ ਜਿਹੜੀ ਆ ਉਹ ਚੱਲਦੀ ਆ। ਕਹਿੰਦਾ ਪਿਆ ਵਾ ਕਿ ਇਹਨਾਂ ਦੇ ਵਿੱਚ ਕੰਟਰੈਕਟ ਹੋਇਆ ਹੁੰਦਾ ਵਾ, ਕੰਟਰੈਕਚੁਅਲ ਰਿਲੇਸ਼ਨ ਜਿਹੜਾ ਉਹਨਾਂ ਦੇ ਵਿੱਚ ਹੁੰਦਾ ਵਾ, ਜਿਹਨੂੰ ਕਿ ਆਪਾਂ ਓਰਲੀ ਵੀ ਕਹਿ ਸਕਦੇ ਹਾਂ, ਰਿਟਨ ਵੀ ਕਹਿ ਸਕਦੇ ਹਾਂ, ਇੱਕ ਐਗਰੀਮੈਂਟ ਨੂੰ, ਜਿਨ੍ਹਾਂ ਦੇ ਬੇਸ ਦੇ ਉੱਤੇ ਉਹ ਬਿਜ਼ਨਸ ਆਪਣਾ ਕਰਦੇ ਆ। ਕਿਉਂਕਿ ਜੇਕਰ ਉਹਨਾਂ 'ਚ ਕੋਈ ਕੰਟਰੈਕਟ ਜਾਂ ਰਿਲੇਸ਼ਨ ਨਹੀਂ ਹੈਗਾ, ਕੱਲ੍ਹ ਨੂੰ ਜਦੋਂ ਵੀ ਲੜਾਈ ਝਗੜਾ ਹੈਗਾ ਤਾਂ ਉਹਨਾਂ ਨੂੰ ਪ੍ਰੋਬਲਮ ਜਿਹੜੀ ਆ ਉਹ ਹੁੰਦੀ ਹੈ। ਇਸ ਕਰਕੇ ਪਾਰਟਨਰਸ਼ਿਪ ਜਿਹੜੀ ਆ ਉਹ ਰਾਈਜ਼ ਤਾਂ ਹੀ ਹੋ ਸਕਦੀ ਆ ਜੇਕਰ ਉਹਨਾਂ 'ਚ ਕੋਈ ਨਾ ਕੋਈ ਕੰਟਰੈਕਟ ਜਾਂ ਰਿਲੇਸ਼ਨ ਜਿਹੜਾ ਉਹ ਹੈਗਾ। ਦੂਸਰਾ ਫੀਚਰ ਆ ਫਿਰ ਅਰਨਿੰਗ ਆਫ ਪ੍ਰੋਫਿਟ। ਪਾਰਟਨਰਸ਼ਿਪ ਜਿਹੜੀ ਆ ਉਹਦਾ ਇੱਕ ਆ ਵੀ ਫੀਚਰ ਹੈਗਾ ਵਾ ਕਿ ਜਦੋਂ ਵੀ ਪਾਰਟਨਰਸ਼ਿਪ ਕੀਤੀ ਜਾਂਦੀ ਆ, ਬਿਜ਼ਨਸ ਸਟਾਰਟ ਕੀਤਾ ਜਾਂਦਾ ਉਹਨੂੰ ਤਾਂ ਹੀ ਕੀਤਾ ਜਾਂਦਾ ਵਾ ਤਾਂ ਕਿ ਆਪਾਂ ਵੱਧ ਤੋਂ ਵੱਧ ਕੀ ਕਰੀਏ, ਪ੍ਰੋਫਿਟ ਕਮਾਈਏ। ਪ੍ਰੋਫਿਟ ਕਮਾਉਣ ਵਾਸਤੇ ਹੀ ਪਾਰਟਨਰਸ਼ਿਪ ਜਿਹੜੀ ਆ ਉਹ ਕੀਤੀ ਜਾਂਦੀ ਆ। ਇਹਦਾ ਮਤਲਬ ਕਿ ਜਿਹੜੀ ਪਾਰਟਨਰਸ਼ਿਪ ਹੈ ਉਹਦਾ ਮੇਨ ਪਰਪਸ ਪ੍ਰੋਫਿਟ ਕਮਾਉਣਾ ਵੀ ਹੈਗਾ ਵਾ, ਅਤੇ ਨਾਲ ਨਾਲ ਸਮਾਜ ਦੇ ਵਿੱਚ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਕੇ ਲੋਕਾਂ ਨੂੰ ਸੈਟਿਸਫਾਈ ਕਰਨਾ ਵੀ ਜਿਹੜਾ ਵਾ ਉਹ ਫੀਚਰ ਹੈਗਾ ਵਾ। ਇਹਦਾ ਮਤਲਬ ਕਿ ਜਦੋਂ ਲੱਗਦਾ ਵਾ ਵੀ ਉਹਨਾਂ ਨੂੰ ਲੋਸ ਹੋ ਰਿਹਾ ਵਾ, ਅਤੇ ਉਹ ਪਾਰਟਨਰਸ਼ਿਪ ਜਿਹੜੀ ਆ ਉਹਨੂੰ ਚੇਂਜ ਕਰ ਲੈਂਦੇ ਆ, ਬੰਦ ਕਰ ਦਿੰਦੇ ਆ, ਨਵਾਂ ਐਗਰੀਮੈਂਟ ਕਰ ਲੈਣਗੇ। ਜਦੋਂ ਉਹਨੂੰ ਲੱਗਦਾ ਕਿ ਇਹ ਬਿਜ਼ਨਸ ਪ੍ਰੋਫਿਟੇਬਲ ਜਿਹੜਾ ਤੁਹਾਡਾ ਉਹ ਨਹੀਂ ਰਿਹਾ, ਤਾਂ ਬਿਜ਼ਨਸ ਨੂੰ ਚੇਂਜ ਜਿਹੜਾ ਉਹ ਕਰ ਲੈਂਦੇ ਆ। ਉਸ ਤੋਂ ਬਾਅਦ ਆ ਜਾਂਦਾ ਵਾ ਤੁਹਾਡੇ ਕੋਲ ਅਗਲਾ ਪਤਾ ਕਿ ਐਗਜ਼ਿਸਟੈਂਸ ਆਫ ਬਿਜ਼ਨਸ, ਕਿ ਪਾਰਟਨਰਸ਼ਿਪ ਜਿਹੜੀ ਆ ਉਹਦੇ ਵਾਸਤੇ ਐਗਜ਼ਿਸਟੈਂਸ ਜਾਂ ਸਮ ਕਾਈਂਡ ਆਫ ਬਿਜ਼ਨਸ, ਜਿਸ ਤਰ੍ਹਾਂ ਕੋਈ ਟਰੇਡ, ਪ੍ਰੋਫੈਸ਼ਨ ਜਾਂ ਆਕੂਪੇਸ਼ਨ ਜਿਹੜੀ ਆ ਉਹ ਕੁਛ ਨਾ ਕੁਛ ਹੋਣਾ ਜਿਹੜਾ ਜ਼ਰੂਰੀ ਹੈ, ਤਾਂ ਹੀ ਆਪਾਂ ਨੂੰ ਜਿਹੜਾ ਵਾ ਬਿਜ਼ਨਸ ਜਿਹੜਾ ਵਾ ਹੋਏਗਾ, ਅਤੇ ਫਿਰ ਹੀ ਆਪਾਂ ਨੂੰ ਪਾਰਟਨਰਸ਼ਿਪ ਕਹਿ ਸਕਦੇ ਹਾਂ। ਪਾਰਟਨਰਸ਼ਿਪ ਜਿਹੜੀ ਉਸ ਤਰ੍ਹਾਂ ਜੋ ਕਿ ਜਿਹਦੇ ਵਿੱਚ ਬਿਜ਼ਨਸ ਨਾਲ ਲੈਣਾ ਦੇਣਾ ਕੋਈ ਨਾ ਹੋਵੇ, ਉਹਨੂੰ ਆਪਾਂ ਪਾਰਟਨਰਸ਼ਿਪ ਜਿਹੜੀ ਆ ਉਹ ਨਹੀਂ ਕਹਿ ਸਕਦੇ। ਪਾਰਟਨਰਸ਼ਿਪ ਵਾਸਤੇ ਸਮ ਕਾਈਂਡ ਆਫ ਬਿਜ਼ਨਸ ਦਾ ਹੋਣਾ ਜਿਹੜਾ ਉਹ ਜ਼ਰੂਰੀ ਆ। ਇਹਦਾ ਮਤਲਬ ਇਹਦੇ ਵਿੱਚ ਜੋ ਵੀ ਪ੍ਰੋਡਕਸ਼ਨ, ਡਿਸਟਰੀਬਿਊਸ਼ਨ, ਸਰਵਿਸਿਜ਼, ਪ੍ਰੋਫਿਟ ਅਰਨ ਕਰਨਾ, ਇਹੋ ਜਿਹੀਆਂ ਸਾਰੀਆਂ ਐਕਟੀਵਿਟੀਜ਼ ਦਾ ਹੋਣਾ ਜਿਹੜਾ ਉਹ ਜ਼ਰੂਰੀ, ਫੇਰ ਹੀ ਆਪਾਂ ਕਹਾਂਗੇ ਐਗਜ਼ਿਸਟੈਂਸ ਆਫ ਬਿਜ਼ਨਸ। ਫਿਰ ਉਸ ਤੋਂ ਬਾਅਦ ਇੰਪਲਾਇਡ ਅਥਾਰਟੀ। ਇੰਪਲਾਇਡ ਅਥਾਰਟੀ ਦਾ ਮਤਲਬ ਹੁੰਦਾ ਵਾ ਕਿ ਜਿਹੜੀ ਵੀ ਕੋਈ ਪਾਵਰ ਆ, ਅਥਾਰਟੀ ਦਾ ਮਤਲਬ ਹੁੰਦਾ ਹੈ ਪਾਵਰ, ਕਿ ਜੋ ਵੀ ਪਾਵਰ ਵਗੈਰਾ ਹੈਗੀ ਆ ਹਰ ਇੱਕ ਪਾਰਟਨਰ ਨੂੰ ਜਿਹੜੀ ਆ ਦਿੱਤੀ ਜਾਂਦੀ ਆ। ਉਹਦੀ ਐਕਟ ਆਫ ਦਾ ਫਰਮ, ਕਿ ਜੋ ਵੀ ਉਹ ਵਿੱਚ ਜਿਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਦਾ ਵਾ ਉਹਦੇ ਮੁਤਾਬਿਕ ਉਹਨੂੰ ਅਥਾਰਟੀ ਜਿਹੜੀ ਆ ਪ੍ਰੋਵਾਈਡ ਉਹ ਕੀਤੀ ਜਾਂਦੀ ਆ। ਫਿਰ ਜਿਹੜਾ ਵੀ ਬੰਦਾ ਪਾਰਟਨਰਸ਼ਿਪ ਦੇ ਵਿੱਚ ਪਾਰਟਨਰ ਬਣ ਜਾਏਗਾ, ਉਹਦੇ ਉੱਤੇ ਆਟੋਮੈਟਿਕਲੀ ਇੰਪਲਾਇਡ ਕਰ ਦਿੱਤੀ ਹੈਗੀ ਅਥਾਰਟੀ, ਕਿਉਂਕਿ ਉਹ ਪਾਰਟਨਰ ਹੈਗਾ ਵਾ। ਕੱਲ੍ਹ ਨੂੰ ਕੋਈ ਵੀ ਐਗਰੀਮੈਂਟ ਹੁੰਦਾ ਵਾ, ਕੋਈ ਵੀ ਬਿਜ਼ਨਸ ਜਿਹੜਾ ਆਪਾਂ ਕਰਦੇ ਪਏ ਆ, ਉਹਦੇ ਪ੍ਰਤੀ ਉਹ ਬਾਊਂਡ ਹੋ ਜਾਏਗਾ, ਕਿਉਂਕਿ ਉਹ ਇਹ ਨਹੀਂ ਕਹਿ ਸਕਦਾ ਵੀ ਜੇ 3 ਪਾਰਟਨਰ ਨੇ, ਇੱਕ ਪਾਰਟਨਰ ਨੇ ਕੋਈ ਬਿਜ਼ਨਸ ਵਾਸਤੇ ਕੋਈ ਐਗਰੀਮੈਂਟ ਸਾਈਨ ਕਰ ਲਿਆ ਦੂਜੇ ਬਿਜ਼ਨਸ ਦੇ ਜਾਂ ਫਰਮ ਦੇ ਨਾਲ, ਅਤੇ 2 ਪਾਰਟਨਰ ਇਹ ਨਹੀਂ ਕਹਿ ਸਕਦੇ ਵੀ ਆਪਾਂ ਨਹੀਂ ਇਹਦੇ ਨਾਲ ਹੈਗੇ, ਕਿਉਂਕਿ ਉਹ ਜੇਕਰ ਬਿਜ਼ਨਸ ਦੇ ਵਿੱਚ 3 ਜਾਣੇ ਪਾਰਟਨਰ ਨੇ ਤਾਂ 3 ਇੱਕ ਦੂਜੇ ਦੇ ਨਾਲ ਪਾਰਟਨਰਸ਼ਿਪ ਦੇ ਵਿੱਚ ਬਾਊਂਡ ਹੈਗੇ ਨੇ। ਜੋ ਵੀ ਬਿਜ਼ਨਸ ਹੋਏਗਾ ਉਹ ਇੱਕ ਦੂਜੇ ਨੂੰ ਨਾਲ ਉਹਨਾਂ ਨੇ ਮਿਲ ਕੇ ਚੱਲਣਾ ਪਏਗਾ। ਇੰਪਲਾਇਡ ਅਥਾਰਟੀ ਜਿਹੜੀ ਆ ਉਹ ਰਹਿੰਦੀ ਕਿਉਂਕਿ ਹਰ ਇੱਕ ਪਾਰਟਨਰਸ਼ਿਪ ਦੇ ਵਿੱਚ ਇੱਕ ਬਿਜ਼ਨਸ ਜਿਹੜੀ ਫਰਮ ਹੈਗੀ ਆ ਉਹਦੇ ਬਿਹਾਫ ਦੇ ਉੱਤੇ ਕੰਮ ਜਿਹੜਾ ਉਹ ਕਰਦਾ ਵਾ, ਅਤੇ ਹਰ ਇੱਕ ਬੰਦਾ ਬਾਊਂਡ ਹੁੰਦਾ ਵਾ ਐਕਟ ਐਜ਼ ਏ ਪਾਰਟਨਰ। ਫਿਰ ਅਨਲਿਮਿਟਿਡ ਲਾਇਬਿਲਿਟੀ ਜਿਹੜੀ ਪਾਰਟਨਰਸ਼ਿਪ ਹੈਗੀ ਆ, ਕਹਿੰਦਾ ਪਿਆ ਵਾ ਉਹਦੇ ਵਿੱਚ ਜਿਹੜੇ ਪਾਰਟਨਰਸ ਨੇ ਉਹਨਾਂ ਦੀ ਲਾਇਬਿਲਿਟੀ ਜਿਹੜੀ ਆ ਉਹ ਅਨਲਿਮਿਟਿਡ ਹੁੰਦੀ ਹੈ। ਜਿਸ ਤਰ੍ਹਾਂ ਸੋਲ ਟਰੇਡਰ ਦੇ ਕੇਸ 'ਚ ਸੋਲ ਟਰੇਡਰ ਅਨਲਿਮਿਟਿਡ ਪਾਰਟਨਰਸ਼ਿਪ ਲੈ ਕੇ ਚੱਲਦਾ, ਉਹ ਮਤਲਬ ਲਾਇਬਿਲਿਟੀ ਲੈ ਕੇ ਚੱਲਦਾ। ਉਸੇ ਤਰੀਕੇ ਨਾਲ ਜਿਹੜਾ ਤੁਹਾਡਾ ਪਾਰਟਨਰਸ਼ਿਪ ਹੈਗੀ ਉਹ 'ਚ ਪਾਰਟਨਰਾਂ ਦੀ ਵੀ ਲਾਇਬਿਲਿਟੀ ਜਿਹੜੀ ਆ ਉਹ ਅਨਲਿਮਿਟਿਡ ਹੁੰਦੀ ਹੈ। ਜਿੰਨਾ ਚਿਰ ਤੱਕ ਪਾਰਟਨਰਸ ਜਿਹੜੇ ਨੇ ਜਿਹੜਾ ਲੋਸ ਕਿਸੇ ਥਰਡ ਪਾਰਟੀ ਦਾ ਪੂਰਾ ਨਹੀਂ ਕਰ ਦਿੰਦੇ, ਉਹਨਾਂ ਚਿਰ ਤੱਕ ਇਹਨਾਂ ਦੀ ਲਾਇਬਿਲਿਟੀ ਜਿਹੜੀ ਆ ਉਹ ਰਹਿੰਦੀ ਆ। ਚਾਹੇ ਇਹਨਾਂ ਦੀ ਪਰਸਨਲ ਕੋਈ ਐਸੈਟਸ ਜਿਹੜੀਆਂ ਨੇ ਉਹ ਵੀ ਵਿਕਦੀਆਂ ਹੋਣ, ਉਹਨਾਂ ਨੂੰ ਆਪਣੀ ਲਾਇਬਿਲਿਟੀ ਜਿਹੜੀ ਆ ਪੂਰੀ ਜਿਹੜੀ ਆ ਕਰਨੀ ਹੀ ਪੈਂਦੀ ਆ। ਉਹਨੂੰ ਆਪਾਂ ਕਹਿੰਦੇ ਹਾਂ ਅਨਲਿਮਿਟਿਡ ਲਾਇਬਿਲਿਟੀ। ਉਹਨਾਂ ਦੀ ਪ੍ਰਾਈਵੇਟ ਪ੍ਰੋਪਰਟੀ ਜਾਂ ਐਸੈਟਸ ਜਿਹੜੀਆਂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਆਪਾਂ ਚੱਲਦੇ ਹਾਂ ਥਰਡ ਪਾਰਟੀ ਦੇ ਕਲੇਮ ਵਾਸਤੇ। ਫਿਰ ਪ੍ਰਿੰਸੀਪਲ ਐਂਡ ਏਜੰਟ ਰਿਲੇਸ਼ਨਸ਼ਿਪ। ਪਾਰਟਨਰਸ਼ਿਪ ਦੇ ਵਿੱਚ ਜਿਹੜੇ ਵੀ ਪਾਰਟਨਰਸ ਹੈਗੇ ਨੇ ਉਹਨਾਂ ਦੇ ਵਿੱਚ ਪਾਰਟਨਰਸ਼ਿਪ ਦੇ ਪ੍ਰਤੀ ਉਹ ਪਾਰਟਨਰ ਜਿਹੜੇ ਹੈਗੇ ਨੇ ਉਹ ਪ੍ਰਿੰਸੀਪਲ ਦਾ ਵੀ ਕੰਮ ਕਰਦੇ ਨੇ ਅਤੇ ਏਜੰਟ ਦਾ ਵੀ ਕੰਮ ਕਰਦੇ ਨੇ। ਪ੍ਰਿੰਸੀਪਲ ਦਾ ਮਤਲਬ ਹੈਗਾ ਵਾ ਕਿ ਉਹ ਮਾਲਕ ਦਾ ਵੀ ਕੰਮ ਕਰਦੇ ਨੇ ਅਤੇ ਏਜੰਟ ਦਾ ਵੀ ਕੰਮ ਕਰਦੇ ਆ। ਏਜੰਟ ਦਾ ਮਤਲਬ ਹੈਗਾ ਕਿ
ਜਿਸ ਤਰ੍ਹਾਂ ਮੰਨ ਲਓ ਕੋਈ 3 ਪਾਰਟਨਰ 'ਚ ਇੱਕ ਪਾਰਟਨਰ ਜਿਹੜਾ ਵਾ ਕਿਸੇ ਥਰਡ ਪਾਰਟੀ ਨੇ ਜਾਂ ਬਾਹਰਲੇ ਬਿਜ਼ਨਸ ਨਾਲ ਬਿਜ਼ਨਸ ਲੈ ਕੇ ਆ ਰਿਹਾ ਵਾ, ਕੰਮ ਜਾਂ ਆਰਡਰ ਲੈ ਕੇ ਆ ਰਿਹਾ, ਤੇ ਤਾਂ ਮਤਲਬ ਉਹ ਪਾਰਟਨਰਸ਼ਿਪ ਤੇ ਉਸ ਥਰਡ ਪਾਰਟੀ ਦੇ ਵਿੱਚ ਇੱਕ ਏਜੰਟ ਦਾ ਕੰਮ ਕਰਦਾ ਪਿਆ ਵਾ, ਕਿਉਂਕਿ ਉਹਨੇ ਆਪਣੀ ਪਾਰਟਨਰਸ਼ਿਪ ਵਾਸਤੇ ਥਰਡ ਪਾਰਟੀ ਕੋਲੋਂ ਐਗਰੀਮੈਂਟ ਕਰਕੇ ਜਾਂ ਬਿਜ਼ਨਸ ਜਿਹੜਾ ਵਾ ਉਹ ਲੈ ਕੇ ਆ ਰਿਹਾ, ਤੇ ਉਹਨੂੰ ਆਪਾਂ ਕਹਿੰਦੇ ਇੱਕ ਏਜੰਟ ਦਾ ਕੰਮ ਜਿਹੜਾ ਉਹ ਕਰਦਾ ਪਿਆ, ਦੂਸਰੇ ਪਾਰਟਨਰ ਉਸ ਟਾਈਮ 'ਤੇ ਪ੍ਰਿੰਸੀਪਲ ਦਾ ਕੰਮ ਜਿਹੜਾ ਉਹ ਕਰਦੇ ਆ। ਫਿਰ ਇਸੇ ਤਰੀਕੇ ਨਾਲ ਜੇ ਮੰਨ ਲਓ ਕੋਈ ਤੀਸਰਾ ਹੋਰ ਕੋਈ ਪਾਰਟਨਰ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ, ਤੇ ਫਿਰ ਦੂਜੇ ਪਾਰਟਨਰ ਪ੍ਰਿੰਸੀਪਲ ਦਾ ਕੰਮ ਤੇ ਉਹ ਏਜੰਟ ਦਾ ਕੰਮ ਜਿਹੜਾ ਉਹ ਕਰਦੇ। ਅਤੇ ਇਸ ਕਰਕੇ ਆਪਾਂ ਕਹਿੰਦੇ ਕਿ ਪ੍ਰਿੰਸੀਪਲ ਅਤੇ ਏਜੰਟ ਰਿਲੇਸ਼ਨਸ਼ਿਪ ਜਿਹੜਾ ਵਾ ਪਾਰਟਨਰਸ ਦੇ ਵਿੱਚ ਜਿਹੜਾ ਉਹ ਹੁੰਦਾ ਵਾ ਫਰਮ ਦੇ ਪ੍ਰਤੀ। ਫਿਰ ਆ ਜਾਂਦਾ ਵਾ ਐਟਮੋਸਟ ਗੁੱਡ ਫੇਥ। ਐਟਮੋਸਟ ਗੁੱਡ ਫੇਥ ਦਾ ਮਤਲਬ ਹੈਗਾ ਜਿੰਨੇ ਵੀ ਪਾਰਟਨਰ ਪਾਰਟਨਰਸ਼ਿਪ ਦੇ ਵਿੱਚ ਹੋਣਗੇ ਉਹਨਾਂ ਸਾਰੇ ਪਾਰਟਨਰਸ ਦਾ ਇੱਕ ਦੂਜੇ ਉੱਤੇ ਪ੍ਰੋਪਰ ਵਿਸ਼ਵਾਸ ਹੋਣਾ ਚਾਹੀਦਾ ਵਾ। ਓਨੈਸਟਲੀ ਜਿਹੜਾ ਵਾ ਉਹ ਇੱਕ ਕੰਮ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ। ਕੋਈ ਐਸਾ ਕੰਮ ਨਹੀਂ ਉਹ ਕਰਨਗੇ ਜਿਨ੍ਹਾਂ ਨਾਲ ਕਿ ਬਿਜ਼ਨਸ ਜਿਹੜਾ ਵਾ ਉਹਦਾ ਨੁਕਸਾਨ ਹੋਵੇ, ਦੂਜੇ ਪਾਰਟਨਰ ਨੂੰ ਜਿਹੜਾ ਵਾ ਉਹ ਨੁਕਸਾਨ ਹੋਵੇ। ਕੋਈ ਵੀ ਚੋਰੀ, ਕੋਈ ਵੀ ਝੂਠ, ਕੋਈ ਵੀ ਸੀਕਰੇਸੀ ਜਿਹੜੀ ਆ ਇੱਕ ਦੂਜੇ ਦੇ ਪਾਰਟਨਰ ਕੋਲੋਂ ਉਹ ਨਹੀਂ ਰੱਖਦੇ। ਉਹਨਾਂ ਦਾ ਜਿਹੜਾ ਫੇਥ ਆ ਇੱਕ ਦੂਜੇ ਦੇ ਉੱਤੇ ਪ੍ਰੋਪਰ ਜਿਹੜਾ ਉਹ ਹੋਣਾ ਚਾਹੀਦਾ। ਟਰਸਟ ਜਿਹੜਾ ਉਹਨਾਂ ਦਾ ਹੋਣਾ ਚਾਹੀਦਾ ਹੈ। ਉਹਨਾਂ ਦਾ ਜੋ ਵੀ ਕੰਮ ਕਰਨਾ ਉਹਨਾਂ ਸਾਰਿਆਂ ਦਾ ਗੋਲ ਵੀ ਜਿਹੜਾ ਵਾ ਉਹ ਕਾਮਨ ਹੋਣਾ ਚਾਹੀਦਾ ਵਾ। ਉਹ ਪਾਰਟਨਰ ਜਿਹੜੇ ਆ ਉਹ ਫੇਲੀਅਰ ਜਾਂ ਜਿਹੜੇ ਆਪਾਂ ਕਹਿ ਦਈਏ ਵੀ ਜਿਹੜੇ ਆ ਇੱਕ ਦੂਜੇ ਨੂੰ ਧੋਖਾ ਜਿਹੜਾ ਦੇਣ ਦੀ ਨੇਚਰ ਦੇ ਨਾਲ ਉਹ ਕੰਮ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਉਹਨਾਂ 'ਚ ਐਟਮੋਸਟ ਗੁੱਡ ਫੇਥ ਜਿਹੜਾ ਹੋਣਾ ਉਹ ਜ਼ਰੂਰੀ ਹੈ। ਫਿਰ ਅਗਲਾ ਫੀਚਰ ਹੁੰਦਾ ਹੈ ਕਾਮਨ ਮੈਨੇਜਮੈਂਟ। ਹਰ ਇੱਕ ਪਾਰਟਨਰ ਜਿਹੜਾ ਵਾ ਉਹਦੇ ਕੋਲ ਰਾਈਟ ਹੈਗਾ ਵਾ ਕਿ ਉਹ ਬਿਜ਼ਨਸ ਦੀਆਂ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਜਿਹੜਾ ਵਾ ਉਹ ਐਕਸ਼ਨ ਜਿਹੜਾ ਉਹ ਲੈ ਸਕਦਾ ਵਾ, ਪਾਰਟੀਸਪੇਸ਼ਨ ਜਿਹੜਾ ਉਹ ਕਰ ਸਕਦਾ ਵਾ। ਚਾਹੇ ਉਹ ਡੇ ਟੂ ਡੇ ਐਕਟੀਵਿਟੀ 'ਚ ਪਾਰਟੀਸਪੇਟ ਨਾ ਕਰੇ, ਮਗਰ ਫਿਰ ਵੀ ਉਹ ਜਿਹੜਾ ਵਾ ਐਕਟੀਵਿਟੀਜ਼ ਦੇ ਵਿੱਚ ਜਿਹੜੀ ਵੀ ਬਿਜ਼ਨਸ 'ਚ ਕੋਈ ਐਕਟੀਵਿਟੀ ਹੋ ਰਹੀ ਆ ਉਹਨਾਂ ਨੂੰ ਮੈਨੇਜ ਕਰਨ ਦੇ ਵਿੱਚ ਮਦਦ ਕਰਦਾ ਵਾ। ਉਹ ਵੱਖਰੇ ਤਰੀਕੇ ਨਾਲ ਆਪਣੀ ਸੋਚ ਨੂੰ ਨਹੀਂ ਰੱਖੇਗਾ। ਜੋ ਵੀ ਕੰਮ ਹੋਏਗਾ ਮੈਨੇਜ ਕਰਨ ਦੇ ਵਿੱਚ ਜਾਂ ਮੈਨੇਜਮੈਂਟ ਦੇ ਵਿੱਚ ਜਾਂ ਜੋ ਵੀ ਪਾਰਟਨਰਸ਼ਿਪ 'ਚ ਕੋਈ ਵੀ ਕੰਮ ਹੋਏਗਾ ਉਹ 'ਚ ਕਾਮਨ ਬਣ ਕੇ ਸਾਰਿਆਂ ਦੇ ਨਾਲ ਮਿਲ ਕੇ ਜਿਹੜਾ ਵਾ ਉਹ ਕੰਮ ਜਿਹੜਾ ਉਹ ਕਰੇਗਾ। ਉਹਦੇ ਵਿੱਚ ਕਾਮਨ ਮੈਨੇਜਮੈਂਟ ਸਿਸਟਮ ਜਿਹੜਾ ਉਹ ਹੋਏਗਾ। ਉਹ 'ਚ ਸਾਰੇ ਪਾਰਟਨਰ ਦੀ ਇੱਕ ਦੂਜੇ ਦੀ ਕੰਸੈਂਟ ਲੈ ਕੇ ਸਾਰਾ ਕੰਮ ਜਿਹੜਾ ਉਹ ਕੀਤਾ ਜਾਏਗਾ। ਅੱਗੇ ਆ ਜਾਂਦਾ ਵਾ ਤੁਹਾਡੇ ਕੋਲ ਕੰਟੀਨਿਊਟੀ ਕੀ ਜਿਹੜੀ ਪਾਰਟਨਰਸ਼ਿਪ ਹੈਗੀ ਆ ਉਹ ਕੰਟੀਨਿਊਟੀ ਵਿੱਚ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਇਹਦੀ ਕੋਈ ਵੀ ਲਿਮਿਟ ਜਿਹੜੀ ਨਹੀਂ ਹੈਗੀ। ਹਾਂ, ਜਦੋਂ ਪਾਰਟਨਰਸ ਆਪਸ 'ਚ ਲੜਾਈ ਝਗੜਾ ਹੋਵੇ, ਕਿਸੇ ਦੀ ਡੈਥ ਹੋ ਜਾਂਦੀ ਆ ਜਾਂ ਕੋਈ ਬੰਦਾ ਇੰਸੋਲਵੈਂਟ ਹੋ ਜਾਂਦਾ, ਉਦੋਂ ਪਾਰਟਨਰਸ਼ਿਪ ਨੂੰ ਜਿਹੜੀ ਪ੍ਰੋਬਲਮ ਜਿਹੜੀ ਆ ਉਹ ਪੈਂਦੀ ਆ। ਵੈਸੇ ਕੰਟੀਨਿਊਟੀ ਦੇ ਵਿੱਚ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਮਿਸਅੰਡਰਸਟੈਂਡਿੰਗ ਪਾਰਟਨਰ ਦੇ ਵਿੱਚ ਜੇ ਕੋਈ ਲੜਾਈ ਝਗੜਾ ਹੋ ਜੇ ਫਿਰ ਆਪਾਂ ਪਾਰਟਨਰਸ਼ਿਪ ਨੂੰ ਖ਼ਤਮ ਕਰਦੇ ਹਾਂ। ਮਗਰ ਜੇਕਰ ਉਹਨਾਂ ਦੇ ਵਿੱਚ ਕੋਈ ਪਾਰਟਨਰਸ਼ਿਪ ਨਹੀਂ ਖ਼ਤਮ, ਮਤਲਬ ਲੜਾਈ ਝਗੜਾ ਨਹੀਂ ਹੁੰਦਾ, ਤਾਂ ਉਹਨਾਂ ਦੀ ਜਿਹੜੀ ਪਾਰਟਨਰਸ਼ਿਪ ਆ ਉਹ ਚੱਲਦੀ ਰਹਿੰਦੀ ਆ। ਦੋ ਚੀਜ਼ਾਂ ਹੁੰਦੀਆਂ, ਇੱਕ ਡੀਸੋਲੂਸ਼ਨ ਆਫ ਪਾਰਟਨਰਸ਼ਿਪ ਅਤੇ ਡੀਸੋਲੂਸ਼ਨ ਆਫ ਫਰਮ। ਪਾਰਟਨਰਸ਼ਿਪ ਖਤਮ ਹੋਣ ਦੇ ਨਾਲ ਫਰਮ ਖਤਮ ਜਿਹੜੀ ਨਹੀਂ ਹੁੰਦੀ। ਫਰਮ ਦਾ ਮਤਲਬ ਹੈਗਾ ਜਿਹਦਾ ਨਾਮ ਰੱਖ ਲਿਆ APJ, ਆਪਾਂ ਮੰਨ ਲਓ ਫਰਮ ਦਾ ਨਾਮ ਰੱਖ ਲਿਆ, 3 ਪਾਰਟਨਰ ਨੇ A, P ਅਤੇ J ਤੋਂ ਉਹਨਾਂ ਦੇ ਨਾਮ ਨੇ। ਮੰਨ ਲਓ ਤੁਸੀਂ ਜੇਕਰ ਕੋਈ ਬੰਦਾ ਉਹਨਾਂ 'ਚੋਂ ਛੱਡ ਕੇ ਚੱਲ ਜਾਂਦਾ ਵਾ, ਪਹਿਲਾਂ 3 ਪਾਰਟਨਰ ਸੀ, ਹੁਣ ਪਾਰਟਨਰ 2 ਰਹਿ ਗਏ। ਪਹਿਲਾਂ ਐਗਰੀਮੈਂਟ ਤਿੰਨਾਂ ਦੇ ਵਿੱਚ ਸੀ, ਮਤਲਬ ਪਾਰਟਨਰਸ਼ਿਪ ਜਿਹੜੀ ਆ ਉਹ 3 ਜਣਿਆਂ ਦੀ, ਹੁਣ ਪਾਰਟਨਰਸ਼ਿਪ 2 ਜਣਿਆਂ ਦੀ ਰਹਿ ਗਈ। ਪਹਿਲਾਂ ਵੀ ਫਰਮ ਚੱਲਦੀ ਪਈ, ਹੁਣ 3 ਜਣਿਆਂ ਦੀ ਪਾਰਟਨਰਸ਼ਿਪ ਤੋਂ 2 ਦੀ ਰਹਿ ਗਈ। ਪਾਰਟਨਰਸ਼ਿਪ ਫਰਮ ਨਹੀਂ ਖਤਮ ਹੋਈ, ਪਾਰਟਨਰਸ਼ਿਪ ਖਤਮ ਹੋ ਗਈ। ਪਹਿਲਾਂ 3 ਜਣਿਆਂ 'ਚ ਪਾਰਟਨਰਸ਼ਿਪ ਸੀ, ਹੁਣ 2 'ਚ ਆ। ਇਹਨੂੰ ਆਪਾਂ ਕਹਿੰਦੇ ਆ ਕਿ ਫਰਮ ਜਿਹੜੀ ਆ ਉਹ ਚੱਲਦੀ ਪਈ ਆ, ਸਿਰਫ ਪਾਰਟਨਰਸ਼ਿਪ ਜਿਹੜੀ ਆ ਉਹ ਖਤਮ ਹੋਈ ਆ। ਜਦੋਂ ਫਰਮ ਖਤਮ ਹੋ ਜਾਵੇ ਇਹਦਾ ਮਤਲਬ ਹੈਗਾ ਕਿ ਫਰਮ ਹੀ ਡਿਜ਼ੋਲਵ ਕਰ ਦਿੱਤੀ ਗਈ, ਫਿਰ ਕੋਈ ਪਾਰਟਨਰਸ਼ਿਪ ਨਹੀਂ ਰਹਿੰਦੀ, ਕੋਈ ਫਰਮ ਨਹੀਂ ਰਹਿੰਦੀ। ਸਾਰਾ ਕੁਝ ਵੇਚ ਕੇ, ਸਾਰਾ ਕੁਝ ਖਤਮ ਕਰਕੇ ਪਾਰਟਨਰਸ਼ਿਪ ਜਿਹੜੀ ਆ ਉਹਨੂੰ ਖਤਮ ਕਰ ਦਿੱਤਾ ਜਾਂਦਾ। ਉਹਨੂੰ ਕਹਿੰਦੇ ਨੇ ਪਾਰਟਨਰਸ਼ਿਪ। ਫਰਮ ਦਾ ਖਤਮ ਹੋਣ ਦੇ ਨਾਲ ਪਾਰਟਨਰਸ਼ਿਪ ਖਤਮ ਹੋ ਜਾਂਦੀ ਆ। ਪਾਰਟਨਰਸ਼ਿਪ ਖਤਮ ਹੋਣ ਦੇ ਨਾਲ ਪਾਰਟਨਰਸ਼ਿਪ ਫਰਮ ਜਿਹੜੀ ਖਤਮ ਹੋ ਨਹੀਂ ਹੁੰਦੀ। ਅਤੇ ਕੰਟੀਨਿਊਟੀ ਦੇ ਵਿੱਚ ਉਹ ਚੱਲਦੀ ਰਹਿੰਦੀ ਆ, ਚਾਹੇ ਕਿਸੇ ਬੰਦੇ ਦੀ ਡੈਥ ਹੋ ਜਾਏ, ਚਾਹੇ ਕੋਈ ਬੰਦਾ ਡਿਜ਼ੋਲਵ ਕਰ ਜੇ। ਜੇ ਪਾਰਟਨਰ ਜਿਹੜੇ ਆ ਉਹ ਫਰਮ ਜਿਹੜੀ ਖਤਮ ਨਹੀਂ ਕਰਨਾ ਚਾਹੁੰਦੇ ਤਾਂ ਫਰਮ ਚੱਲਦੀ ਰਹੇਗੀ। ਜਿਸ ਬੰਦੇ ਦੇ ਨਾਲ ਜਾਣ ਦੇ ਨਾਲ ਕੋਈ ਡੈਥ ਜਾਂ ਡੀਸੋਲੂਸ਼ਨ ਹੋਈ ਜਾਂ ਰਿਟਾਇਰ ਹੋਇਆ ਵਾ, ਅਤੇ ਫਰਮ ਜਿਹੜੀ ਆ ਉਹਦੀ ਸਾਰੀ ਚੀਜ਼ ਨੂੰ ਦੁਬਾਰਾ ਤੋਂ ਪਾਰਟਨਰਸ਼ਿਪ ਨੂੰ ਦੁਬਾਰਾ ਤੋਂ ਚੇਂਜ ਕਰ ਲਿੱਤਾ ਜਾਏਗਾ। ਪ੍ਰੋਫਿਟ ਸ਼ੇਅਰਿੰਗ ਰੇਸ਼ੋ ਸਾਰੀ ਚੀਜ਼ਾਂ ਨੂੰ ਐਗਰੀਮੈਂਟ ਨੂੰ ਦੁਬਾਰਾ ਚੇਂਜ ਕਰ ਲਿੱਤਾ ਜਾਏਗਾ। ਮਗਰ ਫਰਮ ਜਿਹੜੀ ਆ ਉਹ ਸੇਮ ਦੀ ਸੇਮ ਰਹੇਗੀ। ਉਹਨੂੰ ਕਹਿੰਦੇ ਕੰਟੀਨਿਊਟੀ ਦੇ ਵਿੱਚ ਜਿਹੜੀ ਚੀਜ਼ ਉਹ ਚੱਲ ਜਾਂਦੀ। ਰਿਮੇਨਿੰਗ ਪਾਰਟਨਰ ਜਿਹੜੇ ਆ ਉਹਨੂੰ ਚਲਾਉਂਦੇ ਰਹਿੰਦੇ ਆ। ਇੱਥੋਂ ਤੱਕ ਪੁੱਤ ਪੜ੍ਹੋ, ਬਾਕੀ ਆਪਾਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਾਂਗੇ। ਮੀਨਿੰਗ ਤੁਸੀਂ ਪੜ੍ਹ ਲਿਆ, ਤੁਸੀਂ ਉਹਦੀ ਡੈਫੀਨੇਸ਼ਨ ਪੜ੍ਹ ਲਈ, ਤੁਸੀਂ ਉਹਦੇ ਫੀਚਰ ਜਿਹੜੇ ਪਾਰਟਨਰਸ਼ਿਪ ਦੇ ਉਹ ਪੜ੍ਹ ਲਏ।